Good morning, students. I am Renu Kamal, Science Mistress, Government Senior Secondary Smart School, Lamapin District, Jalandhar. Today, we will discuss question answers in part 4 of class 6, lesson number 9, The Living Organisms and Their Surroundings, ਸਜੀਵ ਅਤੇ ਉਹਨਾਂ ਦਾ ਚੌਗਿਰਦਾ. Short answers. Define scavengers and decomposers. ਮ੍ਰਿਤ ਆਹਾਰੀ ਅਤੇ ਨਿਖੇੜਕ ਦੀ ਪਰਿਭਾਸ਼ਾ ਦਿਓ. Scavengers ਬੱਚੇ ਕੀ ਹੁੰਦੇ ਆ? The organisms that eat dead organisms are known as scavengers, like vultures, dog, crow. ਮ੍ਰਿਤ ਆਹਾਰੀ ਉਹ ਜੀਵ ਜਿਹੜੇ ਮਰੇ ਹੋਏ ਜਾਨਵਰਾਂ ਨੂੰ ਖਾਂਦੇ ਹਨ, ਮ੍ਰਿਤ ਆਹਾਰੀ ਅਖਵਾਉਂਦੇ ਹਨ, ਜਿਵੇਂ ਗਿੱਧ, ਕੁੱਤਾ, ਕਾਂ ਆਦਿ. Decomposers, microorganisms that eat dead organisms and decompose them into simple components are known as decomposers, like bacteria and fungi. ਨਿਖੇੜਕ ਕੀ ਹੁੰਦੇ ਆ ਬੱਚੇ? ਸੂਖਮ ਜੀਵ ਜਿਹੜੇ ਮਰੇ ਹੋਏ ਪੌਦਿਆਂ ਅਤੇ ਜੰਤੂਆਂ ਨੂੰ ਭੋਜਨ ਵਜੋਂ ਵਰਤਦੇ ਹਨ, ਉਹਨਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਨੂੰ ਨਿਖੇੜਕ ਕਿਹਾ ਜਾਂਦਾ ਹੈ. ਉਦਾਹਰਨ ਵਜੋਂ ਜੀਵਾਣੂ ਅਤੇ ਉੱਲੀ. What are two adaptive properties of fish? ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ? First, to reduce water resistance, the body of the fish is streamlined. ਪਾਣੀ ਦੀ ਪ੍ਰਤੀਰੋਧਕਤਾ ਨੂੰ ਘਟਾਉਣ ਲਈ ਇਹਨਾਂ ਦਾ ਸਰੀਰ ਕਿੱਦਾਂ ਦਾ ਹੋ ਜਾਂਦਾ ਹੈ? ਧਾਰਾ ਰੇਖੀ ਹੋ ਜਾਂਦਾ ਹੈ, ਜਿਸ ਨਾਲ ਉਹ ਆਸਾਨੀ ਨਾਲ ਪਾਣੀ ਵਿੱਚ ਤੈਰ ਸਕਦੇ ਹਨ. Second, fish have gills to breathe in water. ਮੱਛੀ ਵਿੱਚ ਸਾਹ ਲੈਣ ਲਈ ਕੀ ਹੁੰਦੇ ਹਨ? ਗਲਫੜੇ. Which animal is called the desert of ship? Name two features. ਮਾਰੂਥਲ ਦਾ ਜਹਾਜ਼ ਬੱਚੇ ਕਿਸ ਜਾਨਵਰ ਨੂੰ ਕਿਹਾ ਜਾਂਦਾ ਹੈ? ਉਸ ਦੀਆਂ ਦੋ ਵਿਸ਼ੇਸ਼ਤਾਵਾਂ ਵੀ ਦੱਸਣੀਆਂ ਹੈ. ਆਪਾਂ ਜਦੋਂ ਡਿਸਕਸ ਕੀਤਾ ਸੀ ਲੈਸਨ, ਬਹੁਤ ਸਾਰੀਆਂ ਦੱਸੀਆਂ ਸੀ ਵਿਸ਼ੇਸ਼ਤਾਵਾਂ, ਉਹਦੇ ਵਿੱਚੋਂ ਅਸੀਂ ਸਿਰਫ ਦੋ ਲਿਖਣੀਆਂ ਹੈ. ਸੋ ਕੈਮਲ ਇਜ਼ ਕਾਲਡ ਸ਼ਿਪ ਆਫ ਡੈਜ਼ਰਟ. ਊਂਠ ਨੂੰ ਮਾਰੂਥਲ ਦਾ ਜਹਾਜ਼ ਕਿਹਾ ਜਾਂਦਾ ਹੈ. ਅਤੇ ਵਿਸ਼ੇਸ਼ਤਾਵਾਂ ਕਿਹੜੀਆਂ ਹਨ? ਪਹਿਲਾ ਹੈ ਨੋ ਸਵੈਟ ਗਲੈਂਡਸ ਟੂ ਰਿਡਿਊਸ ਵਾਟਰ ਲੋਸ. ਊਂਠ ਦੇ ਵਿੱਚ ਪਸੀਨੇ ਵਾਲੀਆਂ ਗ੍ਰੰਥੀਆਂ ਨਹੀਂ ਹੁੰਦੀਆਂ, ਤਾਂ ਕਿ ਪਸੀਨਾ ਜਿਹੜਾ ਹੈ ਉਹ ਪਾਣੀ ਨੂੰ ਲੋਸ ਕਰੇਗਾ, ਸੋ ਪਾਣੀ ਘੱਟ ਤੋਂ ਘੱਟ ਵੇਸਟ ਹੋਵੇ, ਲੋਸ ਨਾ ਹੋਵੇ, ਇਸ ਲਈ ਉਹਦੇ 'ਚ ਸਵੈਟ ਗਲੈਂਡਸ ਹੀ ਨਹੀਂ ਹੁੰਦੇ. ਸੈਕਿੰਡ, ਵਾਈਡ ਐਂਡ ਪੈਡਿਡ ਫੀਟ ਟੂ ਵਾਕ ਔਨ ਦਾ ਸੈਂਡਸ ਆਫ ਦਾ ਡੈਜ਼ਰਟ. ਇਸ ਦੇ ਪੈਰ ਜਿਹੜੇ ਹੋਏ ਚੌੜੇ ਹੁੰਦੇ ਹਨ ਅਤੇ ਗੱਦੇਦਾਰ ਹੁੰਦੇ ਹਨ, ਜੋ ਮਾਰੂਥਲ ਦੀ ਗਰਮ ਰੇਤ 'ਤੇ ਤੁਰਨ ਲਈ ਢੁਕਵੇਂ ਹੁੰਦੇ ਹਨ. Differentiate between submerged and floating plants. ਡੁੱਬੇ ਹੋਏ ਅਤੇ ਤੈਰਨ ਵਾਲੇ ਪੌਦਿਆਂ ਵਿੱਚ ਅੰਤਰ ਦੱਸੋ. ਸਬਮਰਜਡ ਪਲਾਂਟਸ ਬੱਚੇ ਕਿਹੜੇ ਹੁੰਦੇ ਆ? ਅੰਡਰ ਵਾਟਰ ਪਲਾਂਟਸ ਆਰ ਕਾਲਡ ਸਬਮਰਜਡ ਵਾਟਰ. ਫॉर ਐਗਜ਼ਾਮਪਲ ਹਾਈਡ੍ਰਿਲਾ. ਜੋ ਪੌਦੇ ਪੂਰੀ ਤਰ੍ਹਾਂ ਪਾਣੀ ਦੇ ਹੇਠਾਂ ਰਹਿੰਦੇ ਹਨ, ਡੁੱਬੇ ਹੋਏ ਪੌਦੇ ਅਖਵਾਉਂਦੇ ਹਨ. ਉਦਾਹਰਨ ਵਜੋਂ ਹਾਈਡ੍ਰਿਲਾ. ਔਰ ਸੈਕਿੰਡ ਹੁੰਦੇ ਆ ਫਲੋਟਿੰਗ ਪਲਾਂਟਸ. ਨਾਮ ਤੋਂ ਹੀ ਪਤਾ ਚੱਲਦਾ ਪਿਆ ਹੈ, plants that swim on the surface of the water are known as floating plants. For example, lotus. ਤੈਰਨ ਵਾਲੇ ਪੌਦੇ, ਪੌਦੇ ਜੋ ਪਾਣੀ ਦੀ ਸਤਹ 'ਤੇ ਤੈਰਦੇ ਹਨ, ਤੈਰਨ ਵਾਲੇ ਪੌਦੇ ਅਖਵਾਉਂਦੇ ਹਨ. ਉਦਾਹਰਨ ਵਜੋਂ ਕਮਲ. Now we will discuss long answer type questions. Comment on producers, consumers and decomposers. ਉਤਪਾਦਕ, ਖਪਤਕਾਰ ਅਤੇ ਨਿਖੇੜਕ 'ਤੇ ਟਿੱਪਣੀ ਕਰਨੀ ਹੈ. So first is producers. The organisms which make their own food are called producers, such as all green plants.
ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਬੱਚੇ? ਉਤਪਾਦਕ। ਔਰ ਸਾਰੇ ਹਰੇ ਪੌਦੇ ਜਿਵੇਂ ਕਿ ਅਸੀਂ ਜਾਣਦੇ ਹਾਂ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਕਰਕੇ ਆਪਣਾ ਭੋਜਨ ਆਪ ਬਣਾਉਂਦੇ ਹਨ। ਕੰਜ਼ਿਊਮਰਸ, the organisms that cannot make their own food and eat food prepared by other organisms are called consumers, such as human, cow, etc. ਉਹ ਜੀਵ ਜੋ ਆਪਣਾ ਭੋਜਨ ਨਹੀਂ ਬਣਾ ਸਕਦੇ ਪਰ ਹਰੇ ਪੌਦਿਆਂ ਅਤੇ ਹੋਰ ਜੀਵਾਂ ਤੋਂ ਤਿਆਰ ਭੋਜਨ ਪ੍ਰਾਪਤ ਕਰਦੇ ਹਨ ਉਹਨਾਂ ਨੂੰ ਆਪਾਂ ਕੀ ਕਹਿੰਦੇ ਬੱਚੇ? ਖਪਤਕਾਰ, ਜਿਵੇਂ ਮਨੁੱਖ, ਗਾਂ ਆਦਿ। ਨੈਕਸਟ ਇਜ਼ ਡੀਕੰਪੋਜ਼ਰਸ, the microorganisms which break up dead plants and animals into simpler substances such as bacteria and fungi. ਸੂਖਮ ਜੀਵ ਜਿਹੜੇ ਮਰੇ ਹੋਏ ਪੌਦਿਆਂ ਅਤੇ ਜੰਤੂਆਂ ਨੂੰ ਭੋਜਨ ਵਜੋਂ ਵਰਤਦੇ ਹਨ ਅਤੇ ਉਹਨਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਨਿਖੇੜਕ। ਉਦਾਹਰਨ ਵਜੋਂ ਜੀਵਾਣੂ ਅਤੇ ਉੱਲੀ। ਬਰੀਫਲੀ ਡਿਸਕਸ ਡਿਫਰੈਂਟ ਟਾਈਪਸ ਆਫ ਹੈਬੀਟੈਟ। ਵੱਖ-ਵੱਖ ਕਿਸਮਾਂ ਦੇ ਆਵਾਸਾਂ ਬਾਰੇ ਸੰਖੇਪ ਚਰਚਾ ਕਰੋ। There are 3 main types of habitats. ਆਵਾਸ ਦੇ ਵਿੱਚ ਕਿੰਨੇ ਕਿਸਮਾਂ ਹੁੰਦੀਆਂ ਹਨ? 3। ਪਹਿਲੀ ਹੈ ਟੈਰੇਸਟਰੀਅਲ ਹੈਬੀਟੈਟ ਯਾਨੀ ਸਥਲੀ ਆਵਾਸ, ਸੈਕਿੰਡ ਇਜ਼ ਐਕੁਐਟਿਕ ਹੈਬੀਟੈਟ ਯਾਨੀ ਜਲੀ ਆਵਾਸ, ਐਂਡ ਥਰਡ ਇਜ਼ ਏਰੀਅਲ ਔਰ ਆਰਬੋਰੀਅਲ ਹੈਬੀਟੈਟ ਯਾਨੀ ਵ੍ਰਿਛਵਾਸੀ ਆਵਾਸ। ਟੈਰੇਸਟਰੀਅਲ ਹੈਬੀਟੈਟ, the habitat of living things on earth is called terrestrial habitat, such as meadows, deserts, mountains, forests, etc. ਧਰਤੀ ਉੱਤੇ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਸਥਲੀ ਆਵਾਸ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਘਾਹ ਦੇ ਮੈਦਾਨ, ਮਾਰੂਥਲ, ਪਹਾੜ, ਜੰਗਲ ਆਦਿ। Aquatic habitat, the habitat of water animals is called aquatic habitat, such as ponds, lakes, sea, etc. ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਜਲੀ ਆਵਾਸ ਕਿਹਾ ਜਾਂਦਾ ਹੈ, ਜਿਵੇਂ ਛੱਪੜ, ਝੀਲਾਂ, ਸਮੁੰਦਰ ਆਦਿ। Aerial or arboreal habitat, the habitat of organisms which live in air or on trees, such as birds, monkey, bats, etc. ਹਵਾਈ ਜਾਂ ਬ੍ਰਿਛਵਾਸੀ ਆਵਾਸ, ਹਵਾ ਵਿੱਚ ਜਾਂ ਰੁੱਖਾਂ ਉੱਤੇ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਹਵਾਈ ਜਾਂ ਬ੍ਰਿਛਵਾਸੀ ਆਵਾਸ ਕਿਹਾ ਜਾਂਦਾ ਹੈ, ਜਿਵੇਂ ਪੰਛੀ, ਬਾਂਦਰ, ਚਮਗਾਦੜ ਆਦਿ। Write a note on the interaction of biotic and abiotic components of the habitat. ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਦੇ ਆਪਸੀ ਤਾਲਮੇਲ ਉੱਤੇ ਇੱਕ ਨੋਟ ਲਿਖੋ। ਜਿਵੇਂ ਕਿ ਤੁਸੀਂ ਇਸ ਚਿੱਤਰ ਵਿੱਚ ਵੀ ਦੇਖ ਰਹੇ ਹੋ ਕਿ ਸਾਰੇ ਜਿਹੜੇ ਏਬਾਇਓਟਿਕ ਔਰ ਬਾਇਓਟਿਕ ਕੰਪੋਨੈਂਟਸ ਹੈ ਇੱਕ ਦੂਜੇ 'ਤੇ ਨਿਰਭਰ ਕਰਦੇ ਹਨ। The biotic and abiotic components of habitat coordinate with each other. Abiotic components such as air, water, soil, sunlight, etc. are needed for living things to survive. Biotic components maintain a balance of abiotic components. ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗ ਇੱਕ ਦੂਜੇ ਨਾਲ ਤਾਲਮੇਲ ਰੱਖਦੇ ਹਨ। ਅਜੈਵਿਕ ਭਾਗ ਜਿਵੇਂ ਹਵਾ, ਪਾਣੀ, ਮਿੱਟੀ, ਸੂਰਜੀ ਪ੍ਰਕਾਸ਼ ਆਦਿ ਸਜੀਵਾਂ ਦੇ ਜਿਉਣ ਲਈ ਲੋੜੀਂਦੇ ਹਨ। ਜੈਵਿਕ ਭਾਗ ਅਜੈਵਿਕ ਭਾਗ ਦਾ ਸੰਤੁਲਨ ਬਣਾਈ ਰੱਖਦਾ ਹੈ। Now the difference between living and non-living things. ਬੱਚੇ, living things can move, non-living things cannot move. Living things can grow,
and non-living things, they do not grow. Living things need food, non-living things do not need food. Living things can feel, non-living things can't feel. Living things can reproduce, but non-living things, they do not reproduce. ਰਿਪਰੋਡਿਊਸ ਮੀਨਸ ਆਪਣੇ ਤਰ੍ਹਾਂ ਦੇ ਹੋਰ ਬੱਚੇ ਜਿਹੜੇ ਹੈ ਉਹ ਪ੍ਰੋਡਿਊਸ ਨਹੀਂ ਕਰ ਸਕਦੇ। ਲਿਵਿੰਗ ਥਿੰਗਸ ਬਰੀਥ, ਸਾਹ ਲੈਂਦੇ ਹਨ, ਦੇ ਡੂ ਨਾਟ ਬਰੀਥ। ਐਂਡ ਲਿਵਿੰਗ ਥਿੰਗਸ ਦੀਆਂ ਐਗਜ਼ਾਮਪਲਸ ਹਿਊਮਨ, ਐਨੀਮਲਸ, ਬਰਡਸ ਐਕਸੈਟਰਾ। ਐਂਡ ਨॉन ਲਿਵਿੰਗ ਥਿੰਗਸ ਫॉर एग्जाम्पल ਚੇਅਰ, ਟੇਬਲ, ਪੈਨ, ਬੁੱਕਸ ਐਕਸੈਟਰਾ। ਬੱਚੇ ਸਾਰੀ ਸਜੀਵ ਵਸਤੂਆਂ ਜਿਹੜੀਆਂ ਹੈ ਤੁਸੀਂ ਦੇਖਿਆ ਚੱਲ ਫਿਰ ਸਕਦੀਆਂ ਹਨ, ਲੇਕਿਨ ਨਿਰਜੀਵ ਵਸਤੂਆਂ ਚੱਲ ਫਿਰ ਨਹੀਂ ਸਕਦੀਆਂ। ਸਜੀਵ ਵਸਤੂਆਂ ਵਾਧਾ ਕਰਦੀਆਂ ਹਨ, ਨਿਰਜੀਵ ਵਸਤੂਆਂ ਦਾ ਵਾਧਾ ਨਹੀਂ ਹੁੰਦਾ। ਸਜੀਵ ਵਸਤੂਆਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ, ਨਿਰਜੀਵ ਵਸਤੂਆਂ ਨੂੰ ਭੋਜਨ ਦੀ ਜ਼ਰੂਰਤ ਨਹੀਂ ਹੁੰਦੀ। ਜਿਹੜੀਆਂ ਸਜੀਵ ਵਸਤੂਆਂ ਹੈ ਉਹ ਮਹਿਸੂਸ ਕਰ ਸਕਦੇ ਹਨ, ਉਹਨਾਂ ਨੂੰ ਦਰਦ, ਖੁਸ਼ੀ ਮਹਿਸੂਸ ਹੁੰਦੀ ਹੈ, ਜਦਕਿ ਨਿਰਜੀਵ ਵਸਤੂਆਂ ਮਹਿਸੂਸ ਨਹੀਂ ਕਰ ਸਕਦੀਆਂ। ਸਜੀਵ ਵਸਤੂਆਂ ਪ੍ਰਜਨਨ ਕਰ ਸਕਦੀਆਂ ਹਨ ਅਤੇ ਆਪਣੇ ਵਰਗੇ ਹੋਰ ਜੀਵ ਪੈਦਾ ਕਰ ਸਕਦੇ ਹਨ, ਜਦਕਿ ਨਿਰਜੀਵ ਵਸਤੂਆਂ ਪ੍ਰਜਨਨ ਨਹੀਂ ਕਰਦੀਆਂ। ਸਜੀਵ ਵਸਤੂਆਂ ਸਾਹ ਲੈ ਸਕਦੀਆਂ ਹਨ, ਨਿਰਜੀਵ ਵਸਤੂਆਂ ਸਾਹ ਨਹੀਂ ਲੈਂਦੇ। ਅਤੇ ਉਦਾਹਰਨ ਵਜੋਂ ਸਜੀਵ ਵਸਤੂਆਂ ਕਿਹੜੀਆਂ ਆ? ਮਨੁੱਖ, ਜਾਨਵਰ, ਪੰਛੀ ਆਦਿ। ਅਤੇ ਨਿਰਜੀਵ ਵਸਤੂਆਂ ਹਨ ਕੁਰਸੀ, ਮੇਜ਼, ਪੈਨ, ਕਿਤਾਬਾਂ ਆਦਿ। ਬੱਚੇ ਮੈਨੂੰ ਆਸ ਹੈ ਤੁਹਾਨੂੰ ਸਾਰੇ ਕੁਐਸਚਨ ਆਨਸਰਸ ਬਹੁਤ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਤੁਸੀਂ ਫਸਟ ਪਾਰਟ, ਸੈਕਿੰਡ ਪਾਰਟ ਵੀ ਦੇਖਿਆ ਹੋਣਾ, ਜਿਹਦੇ ਵਿੱਚ ਲੈਸਨ ਸਮਝਾਏ ਗਏ ਹਨ, ਉਹ ਵੀ ਅੱਛੀ ਤਰ੍ਹਾਂ ਸਮਝੇ ਹੋਣਗੇ। ਅਤੇ ਕੁਐਸਚਨ ਆਨਸਰ ਜਿਹੜੇ ਹੈ ਤੁਹਾਨੂੰ ਨੈਚੁਰਲੀ ਅੱਛੀ ਤਰ੍ਹਾਂ ਸਮਝ ਆ ਗਏ ਉਸ ਕਾਰਨ। ਅਤੇ ਇਸ ਤਰ੍ਹਾਂ ਹੁਣ ਰਿਵਾਈਜ਼ ਕਰੋ, ਕੁਐਸਚਨ ਆਨਸਰਸ ਲਰਨ ਕਰੋ ਐਂਡ ਗੈਟ ਸਕਸੈਸ। Thank you.